ਅਹਨਿਸ ਔਦ ਕਟੈ ਨਹੀਂ ਜਾਣੈ। ਭਇਓ ਲੋਭ ਸੰਗ ਹਉਰਾ ਰਹਾਉ। ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ। ਇਨ ਮੈਂ ਕਛ ਤੇਰੋ ਰੇ ਨਾਹਨ। ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ। ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਲੀਨ ਭਇਓ ਚਰਨਨ ਸਿਉ। ਬਿਰਥਾ ਔਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਖੀਆ। ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ। ਨਿਰਭੈ ਪਦ ਨਹੀਂ ਪਾਵੈ ਕਹੋ ਨਾਨਕ ਸੋਈ ਨਰ ਸੁਖੀਆ। ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ। ਨਿਰਭੈ ਪਦ ਨਹੀਂ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਜੁੜ ਬੈਠ ਅਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਘਰਾਂ ਵਿੱਚ ਬੈਠ ਕਰਕੇ ਟੀਵੀ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ ਪਾਵਨ ਅਸਥਾਨ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਫਤਿਹ ਨਗਰ ਨਵੀਂ ਦਿੱਲੀ ਤੋਂ ਸਿੱਧੇ ਪ੍ਰਸਾਰਣ ਦੇ ਰਾਹੀਂ ਸਤਿਗੁਰਾਂ ਦੀ ਪਵਿੱਤਰ ਬਾਣੀ ਇਲਾਹੀ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਨ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਬਣਾ ਰਹੇ ਗੁਰੂ ਸਵਾਰਿਓ ਆਓ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਚੱਲ ਰਹੀ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਵਿਚਾਰ ਅਧੀਨ ਪਾਵਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਅਖਰੀ ਅਰਥ ਭਾਵ ਅਰਥਾਂ ਦੀ ਸਾਂਝ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਗੁਰੂ ਕੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ।
ਅੱਜ ਦਾ ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 220 ਦੇ ਉੱਪਰ ਸੁਭਾਇਮਾਨ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਬਚਨ ਗੌੜੀ ਮਹਲਾ 9ਵਾਂ। ਮਨ ਰੇ ਕਹਾਂ ਭਇਓ ਤੈਂ ਬੌਰਾ, ਅਹਨਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹੌਰਾ। ਰਹਾਓ। ਇਸ ਪਵਿੱਤਰ ਸ਼ਬਦ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਨ ਨੂੰ ਸੰਬੋਧਨ ਹੋ ਕੇ ਮਨ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਜਿੰਨੀ ਵੀ ਬਾਣੀ ਪੜ੍ਹੀਏ ਸਤਿਗੁਰਾਂ ਨੇ ਬਹੁਤੇ ਸ਼ਬਦਾਂ ਦੇ ਅੰਦਰ ਮਨ ਨੂੰ ਸੰਬੋਧਨ ਕਰਕੇ ਹੀ ਸ਼ਬਦ ਉਚਾਰੇ ਨੇ। ਸੋਰਠ ਰਾਗ ਦੇ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ, ਉੱਥੇ ਵੀ ਮਨ ਨੂੰ ਸੰਬੋਧਨ ਕਰਦੇ ਨੇ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਉੱਥੇ ਵੀ ਕਹਿੰਦੇ ਮੇਰੇ ਮਨਾ ਤੂੰ ਕੁਮਤ ਧਾਰਨ ਕਰ ਲਈ ਹੈ, ਤੂੰ ਸੁਮਤ ਨਹੀਂ ਲਈ, ਗੁਰਮਤ ਦਾ ਧਾਰਨੀ ਨਹੀਂ ਬਣਿਆ। ਕੁਮਤ ਕਹਿੰਦੇ ਭੈੜੀ ਮਤ, ਪੁੱਠੀ ਮਤ ਲੈ ਲਈ ਹੈ। ਇਸ ਕਰਕੇ ਤੂੰ ਭਗਤੀ ਵਾਲੇ ਪਾਸੇ ਤੇ ਜੁੜ ਨਹੀਂ ਸਕਿਆ। ਪਰਾਈ ਨਿੰਦਿਆ ਤੇ ਪਰਾਇਆ ਰੂਪ ਤੱਕਣ ਵਿੱਚੋਂ ਰਸ ਲੈਂਦਾ ਹੈ। ਅੱਜ ਦੇ ਵਿਚਾਰ ਅਧੀਨ ਸ਼ਬਦ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ। ਮਨ ਨੂੰ ਕਹਿੰਦੇ ਨੇ ਮਨ ਰੇ ਕਹਾਂ ਭਇਓ ਤੈਂ ਬੌਰਾ। ਹੁਣ ਜਿਹੜਾ ਬੌਰਾ ਸ਼ਬਦ ਹੈ ਨਾ, ਇਹ ਵਰਤਿਆ ਜਾਂਦਾ ਝੱਲੇ ਵਾਸਤੇ ਜਾਂ ਪਾਗਲ ਵਾਸਤੇ। ਮਨ ਨੂੰ ਕਹਿੰਦੇ ਮੇਰੇ ਮਨਾ ਤੂੰ ਲੋਭ ਦੇ ਵਿੱਚ ਫਸ ਕੇ ਝੱਲਾ ਤੇ ਪਾਗਲ ਹੋ ਚੁੱਕਾ ਹੈ। ਮਨ ਨੂੰ ਕਹਿ ਰਹੇ ਨੇ ਸਤਿਗੁਰੂ, ਜੁਗਤ ਸਾਨੂੰ ਦੱਸ ਰਹੇ ਨੇ। ਅਸੀਂ ਸਾਰਿਆਂ ਨੇ ਆਪਣੇ ਆਪਣੇ ਮਨ ਨੂੰ ਸੰਬੋਧਨ ਕਰਨਾ, ਆਪਣੇ ਆਪਣੇ ਮਨ ਨੂੰ ਆਵਾਜ਼ ਮਾਰਨੀ ਹੈ ਕਿ ਹੇ ਮੇਰੇ ਮਨਾ ਤੂੰ ਬੌਰਾ ਹੋ ਗਿਆ ਹੈ, ਝੱਲਾ ਹੋ ਗਿਆ ਹੈ, ਪਾਗਲ ਹੋ ਚੁੱਕਾ ਹੈ। ਤੇ ਸਾਧ ਸੰਗਤ ਹੁਣ ਮਨ ਜਦੋਂ ਬੌਰਾ ਹੋ ਜਾਂਦਾ, ਝੱਲਾ ਹੋ ਜਾਂਦਾ, ਤੇ ਜੀਵ ਦੀ ਹਾਲਤ ਫਿਰ ਕਿਸ ਤਰ੍ਹਾਂ ਦੀ ਬਣ ਜਾਂਦੀ ਹੈ, ਇਹਦਾ ਜ਼ਿਕਰ ਹਜੂਰ ਨੇ ਸੰਸਕ੍ਰਿਤੀ ਬਾਣੀ ਵਿੱਚ ਕੀਤਾ ਹੈ। ਕਹਿੰਦੇ ਜਦੋਂ ਲੋਭ ਸਵਾਰ ਹੋ ਜਾਏ ਮਨੁੱਖ ਦੇ ਮਨ ਦੇ ਉੱਪਰ, ਮਨ ਹੋ ਜਾਏ ਬੌਰਾ ਤੇ ਝੱਲਾ, ਫਿਰ ਮਨ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਭਟਕਦਾ ਬਹੁਤ ਜ਼ਿਆਦਾ ਹੈ। ਹੇ ਲੋਭਾ ਲੋਟੰ ਸੰਗ ਸਿਰ ਮੋਰਹਿ ਅਨਕ ਲਹਿਰੀ ਕਲੋਲ। ਤੇ ਲੋਭ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਹੇ ਲੋਭ, ਜਦੋਂ ਜੀਵ ਤੇਰੇ ਵੱਸ ਪੈ ਜਾਂਦਾ ਹੈ ਫਿਰ ਬੜਾ ਭਟਕਦਾ ਹੈ। ਤੇ ਮਨ ਦੀ ਜੇਕਰ ਗੱਲ ਕਰੀਏ ਸਾਧ ਸੰਗਤ, ਜਦੋਂ ਮਨ ਲੋਭ ਦੇ ਵੱਸ ਹੋ ਕੇ ਬੌਰਾ ਹੋ ਜਾਏ, ਝੱਲਾ ਹੋ ਜਾਏ, ਪਾਗਲ ਹੋ ਜਾਏ, ਤੇ ਫਿਰ ਮਹਾਰਾਜ ਕਹਿੰਦੇ ਨਾ ਕਰਨ ਵਾਲੇ ਕੰਮ ਵੀ ਕਰਦਾ ਹੈ, ਨਾ ਬੋਲਣ ਵਾਲੇ ਬੋਲ ਬੋਲਦਾ ਹੈ, ਨਾ ਖਾਣ ਵਾਲੀਆਂ ਚੀਜ਼ਾਂ ਨੂੰ ਖਾ ਜਾਏਗਾ, ਨਾ ਪੀਣ ਵਾਲੇ ਪਦਾਰਥਾਂ ਨੂੰ ਪੀ ਲੈਂਦਾ ਹੈ, ਕਿਉਂਕਿ ਝੱਲਾ ਹੋ ਗਿਆ, ਬੌਰਾ ਹੋ ਗਿਆ। ਤੇ ਬੌਰੇ ਤੇ ਝੱਲੇ ਪਾਗਲ ਮਨੁੱਖ ਦੀਆਂ ਨਿਸ਼ਾਨੀਆਂ ਇਹੋ ਹੀ ਨੇ। ਤੁਸੀਂ ਵੇਖੋ ਕਿ ਸੜਕਾਂ ਦੇ ਕੰਢਿਆਂ ਤੇ, ਫੁੱਟਪਾਥਾਂ ਤੇ ਕਈ ਬੰਦੇ ਬੈਠੇ ਹੋਣਗੇ, ਗੰਦਗੀ ਦੇ ਢੇਰ ਦੇ ਨੇੜੇ ਬੈਠੇ ਹੋਣਗੇ,
ਉਹਨਾਂ ਦੀ ਦਸ਼ਾ ਵੇਖ ਕੇ ਤੁਸੀਂ ਕੀ ਆਖੋਗੇ ਕਿ ਇਹ ਮਨੁੱਖ ਪਾਗਲ ਹਨ, ਬੌਰੇ ਤੇ ਝੱਲੇ ਨੇ, ਇਹਨਾਂ ਨੂੰ ਕੋਈ ਪਤਾ ਨਹੀਂ ਇਹ ਖਾਣਾ ਕੀ ਹੈ, ਨਾ ਇਹਨੂੰ ਖਾਣ ਦੀ ਸੋਝੀ ਹੈ, ਨਾ ਹੀ ਬੌਰੇ ਮਨੁੱਖ ਨੂੰ ਇਹ ਪਤਾ ਕਿ ਮੈਂ ਬੈਠਾ ਕਿੱਥੇ ਹੋਇਆ, ਨਾ ਉਹਨੂੰ ਕੱਪੜੇ ਪਾਉਣ ਦਾ ਪਤਾ ਹੈ, ਕੱਪੜੇ ਪਹਿਨਣ ਦੀ ਸੋਝੀ ਨਹੀਂ ਹੈ, ਨਾ ਉਹਨੂੰ ਬੋਲਣ ਦੀ ਸੋਝੀ ਹੈ, ਨਾ ਉਹਨੂੰ ਖਾਣ ਤੇ ਪੀਣ ਦੀ ਸੋਝੀ ਹੈ। ਉਹਦੇ ਕੱਪੜੇ ਫਟੇ ਪੁਰਾਣੇ ਮੈਲੇ ਕੁਚੈਲੇ ਹੋਣਗੇ, ਉਹ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾ ਰਿਹਾ ਹੋਏਗਾ, ਤੇ ਉਹਦੀ ਦਸ਼ਾ ਵੇਖ ਕੇ ਅਸੀਂ ਸਾਰੇ ਹੀ ਸਹਿਜੇ ਅੰਦਾਜ਼ਾ ਲਾ ਲੈਨੇ ਕਿ ਇਹ ਮਨੁੱਖ ਬੌਰਾ ਤੇ ਝੱਲਾ ਪਾਗਲ ਹੈ, ਇਹਨੂੰ ਕਿਸੇ ਚੀਜ਼ ਦਾ ਪਤਾ ਨਹੀਂ। ਤੇ ਸਤਿਗੁਰੂ ਬਾਣੀ ਦੇ ਵਿੱਚ ਫੈਸਲਾ ਦਿੰਦੇ ਨੇ, ਕਹਿੰਦੇ ਜਿਸ ਮਨੁੱਖ ਤੇ ਲੋਭ ਹਾਵੀ ਹੋ ਗਿਆ, ਜਿਹੜਾ ਮਨੁੱਖ ਝੱਲਾ ਬਣ ਗਿਆ, ਉਹ ਵੀ ਫਿਰ ਕਿਸੇ ਦੀ ਸੰਗ ਸ਼ਰਮ ਨਹੀਂ ਕਰਦਾ, ਉਹ ਨਾ ਫਿਰ ਗੁਰੂ ਦੀ ਲੱਜਾ ਉਹਨੂੰ ਹੁੰਦੀ ਹੈ, ਸ਼ਰਮ ਹੁੰਦੀ ਹੈ, ਨਾ ਹੀ ਮਾਂ ਪਿਓ ਦੀ ਸ਼ਰਮ, ਨਾ ਹੀ ਸ਼ਰੀਕੇ ਭਾਈਚਾਰੇ ਦੀ ਸ਼ਰਮ। ਅਕਰਨੰ ਕਰੋਤ, ਗੁਰੂ ਸਾਹਿਬ ਕਹਿੰਦੇ ਨਾ ਕਰਨ ਵਾਲੇ ਕੰਮ ਵੀ ਕਰੀ ਜਾਂਦਾ। ਅਖਾਦਿਆ ਖਾਦ, ਉਹ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾ ਜਾਏਗਾ। ਅਸਾਜੈ ਸਾਜ ਸਮਝਿਆ, ਕਹਿੰਦੇ ਨਾ ਪਹਿਨਣ ਵਾਲੀਆਂ ਚੀਜ਼ਾਂ ਨੂੰ ਪਹਿਨੇਗਾ। ਤੇ ਇੱਕ ਗੱਲ ਸੱਚ ਜਾਣਿਓ, ਅੱਜ ਦੇ ਸਾਰੇ ਮਨੁੱਖਾਂ ਦੀ ਜੇਕਰ ਹਾਲਤ ਵੇਖੀਏ ਨਾ, ਬਹੁਤਾਤ ਅਸੀਂ ਸਾਰੇ ਬੌਰੇ ਤੇ ਚੱਲੇ ਹੋ ਚੁੱਕੇ ਹਾਂ। ਅੱਜ ਦੇ ਮਨੁੱਖ ਦੇ ਤੁਸੀਂ ਕੱਪੜੇ ਪਾਏ ਹੋਏ ਵੇਖੋ, ਥਾਂ ਥਾਂ ਤੋਂ ਫਟੇ ਹੋਏ ਨੇ, ਫਟੇ ਕੱਪੜੇ ਪਾ ਰਿਹਾ, ਪਾਟੇ ਹੋਏ, ਤੇ ਉਹ ਸਮਝਦਾ ਹੈ ਕਿ ਮੈਂ ਬਿਲਕੁਲ ਨਵਾਂ ਫੈਸ਼ਨ ਜਿਹੜਾ ਉਹਦਾ ਧਾਰਨੀ ਬਣ ਚੁੱਕਾ ਹਾਂ, ਪਾਟੇ ਕੱਪੜੇ। ਪਰ ਅਸਲ ਵਿੱਚ ਮਨੁੱਖ ਝੱਲਾ ਹੋ ਚੁੱਕਾ, ਪਤਾ ਨਹੀਂ ਹੈ ਕਿ ਪਹਿਨਣਾ ਕੀ ਹੈ। ਗੁਰੂ ਸਾਹਿਬ ਆਵਾਜ਼ਾਂ ਮਾਰਦੇ ਨੇ, ਆਓ ਆ ਕੇ ਸੰਗਤ ਵਿੱਚ ਬੈਠੋ, ਲੇਕਿਨ ਮਨੁੱਖ ਸਤ ਸੰਗਤ ਵਿੱਚ ਬੈਠਣ ਦੀ ਥਾਵੇਂ ਮਾੜੀਆਂ ਸੁਸਾਇਟੀਆਂ ਵਿੱਚ ਬਹਿੰਦਾ ਏ, ਪਤਾ ਨਹੀਂ ਬੈਠਣਾ ਕਿੱਥੇ। ਤੇ ਨਾ ਸਾਡੇ ਬਾਣੇ ਚੰਗੇ ਰਹੇ, ਨਾ ਹੀ ਸਾਡੇ ਖਾਣੇ ਚੰਗੇ ਰਹੇ, ਨਾ ਹੀ ਸਾਡੇ ਬੈਠਣ ਦੇ ਟਿਕਾਣੇ ਚੰਗੇ ਰਹੇ, ਤੇ ਨਾ ਹੀ ਸਾਡੇ ਸੁਣਨ ਵਾਲੇ ਗਾਣੇ ਚੰਗੇ ਰਹੇ। ਸਾਡਾ ਤੇ ਸਾਰਾ ਕੁਝ ਹੀ ਵਿਗੜ ਚੁੱਕਾ ਹੈ। ਨਾ ਅਸੀਂ ਚੰਗਾ ਪਹਿਨਦੇ ਹਾਂ, ਨਾ ਚੰਗਾ ਖਾ ਰਹੇ ਹਾਂ, ਨਾ ਚੰਗੀਆਂ ਥਾਵਾਂ ਤੇ ਬਹਿੰਦੇ ਹਾਂ, ਨਾ ਅਸੀਂ ਕੋਈ ਚੰਗਾ ਸੁਣਨਾ ਚਾਹੁੰਦੇ ਹਾਂ। ਝੱਲਿਆਂ ਵਾਲੀ ਹਾਲਤ ਸਾਡੀ ਹੋ ਚੁੱਕੀ ਹੈ। ਤੇ ਉੱਪਰੋਂ ਜੇ ਕੋਈ ਸਿਆਣਾ ਮਨੁੱਖ ਕਿਸੇ ਨੂੰ ਮੱਤ ਦੇਣ ਦੀ ਕੋਸ਼ਿਸ਼ ਕਰਦਾ ਵੀ ਹੈ, ਤਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੂੰ ਤੇ ਬਹੁਤ ਪੁਰਾਣੇ ਖਿਆਲਾਂ ਵਾਲਾ, ਅੱਜ ਤੇ ਦੁਨੀਆ ਬੜੀ ਅਗਾਂਹ ਚਲੀ ਗਈ ਹੈ, ਲੋਕ ਤੇ ਬੜੇ ਅਗਾਂਹ ਵਧੂ ਹੋ ਗਏ ਨੇ, ਫਾਰਵਰਡ ਹੋ ਗਏ। ਪਰ ਸਾਧ ਸੰਗਤ, ਅਸੀਂ ਕਦੇ ਸੋਚਿਆ ਨਹੀਂ ਕਿ ਅਸੀਂ ਬੜੇ ਸਿਆਣੇ ਨਹੀਂ ਬਣ ਰਹੇ, ਅਸੀਂ ਅਗਾਂਹ ਵਧੂ ਨਹੀਂ ਹੋ ਰਹੇ, ਸਗੋਂ ਅਸੀਂ ਝੱਲਿਆਂ ਦੀ ਕੈਟਾਗਰੀ ਵਿੱਚ ਆ ਗਏ। ਸਾਨੂੰ ਪਤਾ ਹੀ ਨਹੀਂ ਰਿਹਾ ਅਸੀਂ ਖਾਣਾ ਕੀ ਹੈ, ਪੀਣਾ ਕੀ ਹੈ। ਪਾਗਲ ਬੰਦੇ ਦੇ ਸਾਹਮਣੇ ਅੰਮ੍ਰਿਤ ਰੱਖੋਗੇ, ਇੱਕ ਪਿਆਲੇ ਵਿੱਚ ਜ਼ਹਿਰ ਰੱਖੋਗੇ, ਤੇ ਝੱਲਾ ਮਨੁੱਖ ਹੋ ਸਕਦਾ ਜ਼ਹਿਰ ਨੂੰ ਚੁੱਕ ਕੇ ਪੀ ਲਵੇ, ਅੰਮ੍ਰਿਤ ਨੂੰ ਤਜ ਦੇਵੇ, ਛੱਡ ਦੇਵੇ, ਜ਼ਹਿਰ ਨੂੰ ਮੂੰਹ ਲਾਏਗਾ। ਅੱਜ ਦਾ ਮਨੁੱਖ ਵੀ ਗੁਰੂ ਦੇ ਆਖਿਆ ਅੰਮ੍ਰਿਤ ਤੇ ਛਕਣ ਵਾਸਤੇ ਤਿਆਰ ਨਹੀਂ, ਦੁਨੀਆ ਦੇ ਪਿੱਛੇ ਲੱਗ ਕੇ ਜ਼ਹਿਰ ਦੇ ਫੱਕੇ ਮਾਰ ਰਿਹਾ ਹੈ। ਅੱਜ ਦਾ ਸਿੱਖ ਗੁਰੂ ਦੇ ਆਖੇ ਲੱਗ ਕੇ, ਗੁਰੂ ਕੀ ਗੋਦ ਵਿੱਚ ਬਹਿ ਕੇ ਬਾਣੀ ਦਾ ਸ਼ਬਦ ਸੁਣਨ ਵਾਸਤੇ ਤਿਆਰ ਨਹੀਂ, ਪਰ ਮਾੜੀਆਂ ਸੁਸਾਇਟੀਆਂ ਵਿੱਚ ਬਹਿ ਕੇ ਰਾਤਾਂ ਜਾਗ ਜਾਗ ਕੇ ਨਾ ਸੁਣਨ ਵਾਲੇ ਗਾਣੇ ਵੀ ਸੁਣ ਲੈਂਦਾ ਹੈ। ਉੱਥੇ ਕੋਈ ਥਕਾਵਟ ਨਹੀਂ, ਉੱਥੇ ਕੋਈ ਆਲਸ ਨਹੀਂ, ਝੱਲਾ ਹੋ ਚੁੱਕਾ ਹੈ। ਤੇ ਮਹਾਰਾਜ ਇੱਥੇ ਕਹਿੰਦੇ ਨੇ, ਮਨ ਰੇ ਕਹਾਂ ਭਇਓ ਤੈ ਬੌਰਾ। ਜਦੋਂ ਕੋਈ ਬੰਦਾ ਬਹੁਤ ਜ਼ਿਆਦਾ ਗਲਤੀਆਂ ਕਰੇ, ਨੁਕਸਾਨ ਕਰੇ,
ਅਸੀਂ ਕਹਿੰਦੇ ਬੰਦਾ ਤੇ ਬਿਲਕੁਲ ਪਾਗਲ ਹੈ, ਇਹਨੂੰ ਵਾਰ-ਵਾਰ ਰੋਕਦੇ ਹਾਂ ਜਿਸ ਕੰਮ ਤੋਂ, ਫਿਰ ਉਹ ਕੰਮ ਜਾ ਜਾ ਕੇ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਮਨੁੱਖ ਦੀ ਹਾਲਤ ਵੀ ਐਸੀ ਬਣ ਚੁੱਕੀ ਹੈ, ਜਿਸ ਕੰਮ ਤੋਂ ਹਜ਼ੂਰ ਸੱਚੇ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਨੇ, ਉਹ ਕੰਮ ਅਸੀਂ ਮੁੜ-ਮੁੜ ਕੇ ਕਰ ਰਹੇ ਹਾਂ। ਮੁੜ-ਮੁੜ ਕੇ ਉਹਨਾਂ ਥਾਵਾਂ ਤੇ ਜਾਂਦੇ ਜਿੱਥੇ ਮਹਾਰਾਜ ਵਰਜਦੇ ਨੇ, ਮੁੜ-ਮੁੜ ਕੇ ਉਹ ਚੀਜ਼ਾਂ ਖਾਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਤੋਂ ਸਤਿਗੁਰੂ ਨੇ ਸੁਚੇਤ ਕੀਤਾ ਹੈ। ਹੁਣ ਸਤਿਗੁਰੂ ਕਹਿੰਦੇ ਮਨ ਬੌਰਾ ਹੋ ਗਿਆ, ਝੱਲਾ ਹੋ ਚੁੱਕਾ ਹੈ ਤੇ ਕੁਝ ਵੀ ਸਮਝ ਨਹੀਂ ਰਿਹਾ। ਅਹਨਸ ਔਦ ਘਟੈ ਨਹੀਂ ਜਾਣੈ। ਔਦ ਕਹਿੰਦੇ ਨੇ ਉਮਰ ਨੂੰ। ਇਹ ਗੱਲ ਬਿਲਕੁਲ ਪੱਕੀ ਲੋਹੇ ਤੇ ਲਕੀਰ ਹੈ ਕਿ ਜਿੰਨਾ ਸਮਾਂ ਪਰਮੇਸ਼ਰ ਨੇ ਬਖਸ਼ਿਆ ਹੈ, ਇੱਕ ਵੀ ਸਕਿੰਟ ਦਾ ਸਮਾਂ ਨਾ ਤੇ ਵੱਧ ਸਕਦਾ ਨਾ ਘਟ ਸਕਦਾ। ਜਿੰਨਾ ਸਮਾਂ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਨਾ, ਉਹਨਾਂ ਸਮਾਂ ਅਸੀਂ ਸੰਸਾਰ ਤੇ ਰਹਿਣਾ ਹੈ। ਤੇ ਜਿਸ ਦਿਨ ਸੰਸਾਰ ਤੇ ਆਏ ਸੀ, ਇਹ ਗਿਣਤੀ ਜਿਹੜੀ ਉਲਟੀ ਸ਼ੁਰੂ ਹੋ ਗਈ ਹੈ, ਉਲਟੀ। ਇਸ ਨੂੰ ਭਗਤ ਕਬੀਰ ਸਾਹਿਬ ਕਹਿੰਦੇ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇੱਕ ਇੱਕ ਸਾਹ ਕਰਕੇ ਸਾਧ ਸੰਗਤ ਸਾਡਾ ਜ਼ਿੰਦਗੀ ਦਾ ਮਿਲਿਆ ਸਮਾਂ ਘਟਦਾ ਜਾ ਰਿਹਾ ਹੈ। ਤੇ ਮਹਾਰਾਜ ਕਹਿੰਦੇ ਕਿਸੇ ਵੀ ਬੰਦੇ ਨੂੰ ਇੱਥੇ ਫਿਕਰ ਕੋਈ ਨਹੀਂ, ਅਸੀਂ ਬੇਫਿਕਰੇ ਹੋ ਕੇ ਬੈਠੇ ਹੋਏ ਆ। ਫਿਕਰ ਸਾਨੂੰ ਕਿਸੇ ਨੂੰ ਵੀ ਨਹੀਂ ਇਸ ਗੱਲ ਦਾ। ਮਹਾਰਾਜ ਕਹਿੰਦੇ ਹੈ ਮੇਰੇ ਮਨਾ, ਅਹਨਸ ਔਦ ਘਟੈ ਨਹੀਂ ਜਾਣੈ। ਕੀ ਤੂੰ ਜਾਣਦਾ ਨਹੀਂ ਤੇਰੀ ਉਮਰ ਤੇ ਘਟਦੀ ਜਾ ਰਹੀ ਹੈ? ਫਰਜ਼ ਕਰੋ ਜੇ ਕਿਸੇ ਨੂੰ 60 ਸਾਲ ਦਾ ਸਮਾਂ ਮਿਲਿਆ ਹੈ, 50 ਸਾਲ ਉਮਰ ਹੋ ਗਈ ਹੈ, ਤੇ ਉਹਨੂੰ ਤੇ ਚਿੰਤਾ ਕਰਨੀ ਚਾਹੀਦੀ ਹੈ ਨਾ ਵੀ ਮੇਰੇ 50 ਸਾਲ ਤੇ ਲੰਘ ਗਏ ਨੇ, ਕੇਵਲ 10 ਸਾਲ ਹੀ ਪਿੱਛੇ ਬਚੇ ਨੇ ਤੇ ਮੈਂ ਅਜੇ ਤੱਕ ਕੀਤਾ ਕੁਝ ਨਹੀਂ। ਅਜੇ ਤੱਕ ਮੈਂ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਦਾ ਯਤਨ ਹੀ ਨਹੀਂ ਕੀਤਾ, ਤੇ ਉਮਰ ਦੇ ਇੰਨੇ ਦਹਾਕੇ ਮੇਰੇ ਪੂਰੇ ਹੋ ਗਏ ਨੇ। ਤੇ ਬਾਬਾ ਫਰੀਦ ਸਾਹਿਬ ਜੀ ਆਪਣੇ ਸ਼ਲੋਕਾਂ ਦੇ ਵਿੱਚ ਸਮਝਾਉਂਦੇ ਨੇ, ਕਹਿੰਦੇ ਜਦੋਂ ਮਨੁੱਖ ਤੇ ਬੁਢਾਪੇ ਵਾਲੀ ਅਵਸਥਾ ਆ ਗਈ ਨਾ, ਬਿਲਕੁਲ ਬਿਰਧ ਹੋ ਗਿਆ, ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ। ਸਮਝਾਉਂਦੇ ਨੇ, ਕਹਿੰਦੇ ਮਨੁੱਖ ਬੁਢਾਪੇ ਵਾਲੀ ਸਟੇਜ ਤੇ ਆ ਚੁੱਕਾ। ਇਸ ਮਨੁੱਖ ਦੇ ਸਿਰ ਦੇ ਕੇਸ ਵੀ ਚਿੱਟੇ ਹੋ ਗਏ, ਦਾੜੀ ਚਿੱਟੀ ਹੋ ਗਈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਪਰ ਮਨ ਜਿਹੜਾ ਉਹ ਅਜੇ ਵੀ ਕਾਲਾ ਹੈ। ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਮਨ ਅਜੇ ਵੀ ਕਾਲਾ ਹੈ, ਮਨ ਅਜੇ ਵੀ ਸੰਸਾਰ ਦੇ ਰੰਗ ਤਮਾਸ਼ਿਆਂ ਵਿੱਚ ਹੀ ਫਸਿਆ ਹੋਇਆ ਏ। ਤੇ ਇੱਕ ਸ਼ਲੋਕ ਦੇ ਅੰਦਰ ਹੋਰ ਸਮਝਾਉਂਦੇ ਨੇ, ਕਹਿੰਦੇ ਮਨੁੱਖ ਦੇ ਵਿਸ਼ੇ ਵਿਕਾਰ ਇੰਨੇ ਹਾਵੀ ਨੇ ਮਨੁੱਖ ਤੇ, ਇਸ ਸਾਰੇ ਸਰੀਰ ਨੂੰ ਵਿਸ਼ੇ ਵਿਕਾਰਾਂ ਨੇ ਚੂੰਡ ਚੂੰਡ ਕੇ ਖਾ ਲਿਆ ਹੈ। ਤਲੀਆਂ ਖੂੰਡੇ ਕਾਗ, ਕਹਿੰਦੇ ਵਿਸ਼ੇ ਵਿਕਾਰਾਂ ਦੇ ਕਾਂ ਇਹਦੇ ਸਰੀਰ ਨੂੰ ਚੂੰਡ ਚੂੰਡ ਕੇ ਖਾ ਰਹੇ ਨੇ। ਅਜੇ ਸੁਰਬ ਨਾ ਬਾਉੜਿਓ ਦੇਖ ਬੰਦੇ ਕੇ ਭਾਗ। ਕਹਿੰਦੇ ਅਜੇ ਤੱਕ ਇਹਨੂੰ ਰੱਬ ਚੇਤੇ ਨਹੀਂ ਆਇਆ, ਅਜੇ ਤੱਕ ਇਹ ਸੰਸਾਰ ਦੇ ਮੋਹ ਵਿੱਚ ਹੀ ਫਸਿਆ ਹੋਇਆ। ਕਹਿੰਦੇ ਵੇਖੋ ਇੰਨੇ ਬੰਦੇ ਦੇ ਮਾੜੇ ਭਾਗ ਨੇ। ਹੁਣ ਮਹਾਰਾਜ ਕਹਿੰਦੇ ਔਧ ਜਿਹੜੀ ਹੈ, ਉਮਰ ਜਿਹੜੀ ਹੈ, ਉਹ ਦਿਨ ਰਾਤ ਕਰਕੇ ਘਟਦੀ ਜਾ ਰਹੀ ਹੈ। ਨਹੀਂ ਜਾਣਿਆ, ਕਹਿੰਦੇ ਕਦੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ। ਭਇਓ ਲੋਭ ਸੰਗ ਹਉਰਾ, ਕਹਿੰਦੇ ਲੋਭ ਦੇ ਵਿੱਚ ਫਸਿਆ ਹੌਰਾ ਹੋ ਗਿਆ। ਹੌਰਾ ਹੋਣ ਤੋਂ ਭਾਵ ਹੌਲਾ ਹੋ ਜਾਣਾ, ਕਮਜ਼ੋਰ ਆਤਮਿਕ ਜੀਵਨ ਵਾਲਾ ਬਣ ਜਾਣਾ, ਜਾਂ ਇਉਂ ਕਹਿ ਲਈਏ ਅੱਖਾਂ ਤੋਂ ਹੌਲਾ ਹੋ ਜਾਣਾ। ਕਹਿੰਦੇ ਮੇਰੇ ਮਨਾ, ਤੂੰ ਲੋਭ ਦੇ ਵਸ ਪੈ ਕੇ ਬੜਾ ਕਮਜ਼ੋਰ ਜਿਹਾ ਬਣ ਗਿਆ ਹੈ।
ਕੱਖਾਂ ਤੋਂ ਵੀ ਹੌਲਾ ਹੋ ਚੁੱਕਾ ਹੈ, ਉਮਰ ਘਟਦੀ ਜਾ ਰਹੀ ਹੈ, ਤੂੰ ਕਿਉਂ ਨਹੀਂ ਸਮਝ ਰਿਹਾ, ਤੈਨੂੰ ਪਤਾ ਕਿਉਂ ਨਹੀਂ ਲੱਗ ਰਿਹਾ। ਜੋ ਤਨ ਤੈਂ ਆਪਣੋ ਕਰ ਮਾਨਿਓ, ਆਰ ਸੁੰਦਰ ਗ੍ਰਹਿ ਨਾਰੀ। ਫਿਰ ਮਨ ਨੂੰ ਸਮਝਾਉਂਦੇ ਨੇ, ਹੇ ਮੇਰੇ ਮਨ, ਜਿਹੜਾ ਤਨ ਇਹ ਸਰੀਰ ਤੂੰ ਆਪਣਾ ਮੰਨ ਕੇ ਬੈਠਾ ਹੋਇਆ ਏ, ਘਰ ਜਿਹੜਾ ਹੈ ਉਹਨੂੰ ਆਪਣਾ ਮੰਨ ਕੇ ਬੈਠਾ ਏ, ਘਰ ਵਾਲੀ ਜਿਹੜੀ ਹੈ ਉਹ ਸਮਝਦਾ ਵੀ ਇਹ ਮੇਰੇ ਨਾਲ ਨਿਭੇਗੀ, ਇਹ ਖਿਆਲ ਆਪਣੇ ਮਨ ਵਿੱਚੋਂ ਕੱਢ ਦੇ, ਇਹ ਭੁਲੇਖੇ ਵਿੱਚ ਨਾ ਰਹੀ, ਕੋਈ ਵੀ ਚੀਜ਼ ਤੇਰੇ ਨਾਲ ਨਹੀਂ ਨਿਭਣੀ। ਜੇ ਸਾਧ ਸੰਗਤ ਤਨ ਦੀ ਗੱਲ ਕਰੀਏ ਨਾ, ਤੇ ਨੌਵੇਂ ਪਾਤਸ਼ਾਹ ਦੇ ਬਚਨ ਨੇ ਮਨ ਨੂੰ ਉੱਥੇ ਵੀ ਸਤਿਗੁਰੂ ਹਲੂਣ ਕੇ ਜਗਾਉਂਦੇ ਨੇ। ਜਾਗ ਲਹਿਰ ਮਨ ਜਾਗ ਲੈ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਕਹਿੰਦੇ ਮਨਾ ਤੂੰ ਜਾਗ, ਜਿਹੜਾ ਤਨ ਲੈ ਕੇ ਸੰਸਾਰ ਤੇ ਤੂੰ ਆਇਆ ਸੀ ਆਖਰੀ ਵਾਰ, ਉਹ ਤਨ ਵੀ ਨਾਲ ਨਹੀਂ ਜਾਣਾ। ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ ਇਸ ਸਰੀਰ ਦਾ ਅਤੇ ਆਤਮਾ ਦਾ ਆਪਸ ਵਿੱਚ ਇੱਕ ਵਾਰਤਾਲਾਪ ਹੋਇਆ ਹੈ। ਉਹਨੂੰ ਮਹਾਰਾਜ ਨੇ ਬੜੇ ਸੋਹਣੇ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ। ਇਹ ਜਿਹੜਾ ਸਰੀਰ ਹੈ ਨਾ, ਇਹ ਚਾਹੁੰਦਾ ਕਿ ਜਿਹੜੀ ਆਤਮਾ ਹੈ ਸਦਾ ਮੇਰੇ ਵਿੱਚ ਰਹੇ। ਉੱਥੇ ਗੁਰੂ ਸਾਹਿਬ ਜੀ ਨੇ ਆਤਮਾ ਨੂੰ ਪਤੀ ਦੇ ਰੂਪ ਦੇ ਵਿੱਚ ਮੰਨਿਆ ਤੇ ਸਰੀਰ ਨੂੰ ਜੀਵ ਰੂਪ ਇਸਤਰੀ ਦੇ ਰੂਪ ਦੇ ਵਿੱਚ ਮੰਨਿਆ। ਬੜੇ ਪਿਆਰੇ ਬਚਨ ਨੇ, ਧਨ ਕਹੇ ਤੂੰ ਵਸ ਮੈਂ ਨਾਲੇ। ਧਨ ਇਸਤਰੀ, ਇਹ ਸਰੀਰ ਕੀ ਕਹਿੰਦਾ? ਜੀਵ ਰੂਪ ਆਤਮਾ ਨੂੰ ਕਹਿੰਦਾ ਹੈ, ਹੇ ਆਤਮਾ ਤੂੰ ਕਦੇ ਵੀ ਮੈਨੂੰ ਛੱਡ ਕੇ ਨਾ ਜਾਈਂ। ਧਨ ਕਹੇ ਤੂੰ ਵਸ ਮੈਂ ਨਾਲੇ, ਪ੍ਰੇ ਸੁਖ ਵਾਸੀ ਬਾਲ ਗੋਪਾਲੇ। ਤੁਝੇ ਬਿਨਾ ਹੋ ਕਿਤ ਹੀ ਨਾ ਲੇਖੈ, ਵਚਨ ਦੇ ਛੋੜ ਨਾ ਜਾਸਾ ਹੈ। ਆਖਿਆ ਤੇਰੇ ਤੋਂ ਬਿਨਾ ਮੇਰੀ ਕੋਈ ਪਾਇਆ ਨਹੀਂ, ਤੇਰੇ ਤੋਂ ਬਿਨਾ ਮੇਰੀ ਕੋਈ ਕੀਮਤ ਨਹੀਂ। ਤੂੰ ਮੇਰੇ ਨਾਲ ਵਾਅਦਾ ਕਰ, ਤੂੰ ਮੈਨੂੰ ਵਚਨ ਦੇ ਕੇ ਤੂੰ ਕਦੇ ਵੀ ਮੈਨੂੰ ਛੱਡ ਕੇ ਨਹੀਂ ਜਾਏਗਾ। ਹੁਣ ਸਰੀਰ ਜਿਹੜਾ ਹੈ ਨਾ, ਇਹ ਕਾਇਆ ਦੇ ਕੋਲੋਂ ਵਚਨ ਲੈਣਾ ਚਾਹੁੰਦਾ ਹੈ। ਉਹਨੂੰ ਸੰਬੋਧਨ ਕਰਕੇ ਕਹਿੰਦਾ ਏ, ਵਚਨ ਦੇ ਛੋੜ ਨਾ ਜਾਸਾ ਹੈ। ਤੂੰ ਮੇਰੇ ਨਾਲ ਵਾਅਦਾ ਕਰ, ਤੂੰ ਮੈਨੂੰ ਛੱਡ ਕੇ ਨਹੀਂ ਜਾਏਗਾ। ਪਰ ਸਾਧ ਸੰਗਤ ਅੱਗੋਂ ਜੀਵ ਆਤਮਾ ਜਿਹੜੀ ਹੈ ਨਾ, ਉਹਨੇ ਫਿਰ ਅੱਗੋਂ ਜਵਾਬ ਦਿੱਤਾ ਇਸ ਸਰੀਰ ਨੂੰ, ਕਾਇਆ ਨੂੰ। ਆਖਿਆ ਹੇ ਕਾਇਆ, ਤੇਰੀ ਗੱਲ ਠੀਕ ਹੈ ਕਿ ਤੂੰ ਮੇਰੇ ਨਾਲ ਪਿਆਰ ਬਹੁਤ ਕਰਦੀ ਹੈ, ਪਰ ਇਹ ਗੱਲ ਤਾਂ ਪੱਕੀ ਹੈ ਕਿ ਮੈਂ ਕਿਸੇ ਦੇ ਹੁਕਮ ਦੇ ਵਿੱਚ ਬੰਨਿਆ ਹੋਇਆ ਹਾਂ, ਮੇਰੀ ਆਪਣੀ ਮਰਜ਼ੀ ਨਹੀਂ ਚੱਲਦੀ। ਫਿਰ ਕਹਿਆ ਹੋ ਹੁਕਮੀ ਬੰਦਾ, ਕਹਿੰਦੇ ਮੈਂ ਤੇ ਹੁਕਮ ਦੇ ਵਿੱਚ ਵੱਜਾ ਹੋਇਆ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਮੈਂ ਤੇ ਮਾਲਕ ਦੇ ਹੁਕਮ ਦੇ ਵਿੱਚ ਵੱਜਾ ਹੋਇਆ ਹਾਂ। ਫਿਰ ਕਹਿਆ ਹੋ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਜਿੱਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਿੰਨੀ ਦੇਰ ਮਾਲਕ ਦਾ ਹੁਕਮ ਹੋਏਗਾ ਓਨੀ ਦੇਰ ਮੈਂ ਇਸ ਸਰੀਰ ਦੇ ਵਿੱਚ ਰਹਾਂਗਾ। ਜੀਵ ਆਤਮਾ ਨੇ ਕਹਿ ਦਿੱਤਾ, ਜਿੱਚਰ ਰਾਖੇ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊਠ ਸਦਾਸਾ ਹੈ। ਜਦੋਂ ਸੱਦਾ ਆ ਗਿਆ ਤੇ ਮੈਂ ਤੇ ਚਲੇ ਜਾਣਾ ਹੈ। ਹੁਣ ਜਦੋਂ ਇਹ ਵਾਰਤਾਲਾਪ ਹੋ ਰਿਹਾ ਨਾ, ਕਹਿੰਦੇ ਜੀਵ ਰੂਪ ਆਤਮਾ ਨੇ ਸੱਚੀ ਗੱਲ ਜਿਹੜੀ ਸੀ ਸਰੀਰ ਨੂੰ ਦੱਸ ਦਿੱਤੀ ਹੈ, ਪਰ ਇਹ ਸਰੀਰ, ਇਹ ਕਾਇਆ, ਉਹ ਸੱਚੀ ਗੱਲ ਨੂੰ ਸੁਣ ਕੇ ਤੇ ਗੌਰ ਨਹੀਂ ਉਹਨੇ ਕੀਤਾ, ਧਿਆਨ ਨਹੀਂ ਦਿੱਤਾ।
जिचर रखे तिचर तुम संग रहना, जा छड्डे तां ऊट सदासा है। जो प्रे बचन कहे तन साचे, तन कशु न समझे चंचल काचे। कहंदे उस मालक ने ते सच्चे बचन कह दिते इस जीव नूं, पर इन्हें मन्ने नहीं। जो प्रे बचन कहे तन साचे, तन कशु न समझे चंचल काचे। बौर बौर पिर ही संग मांगे, ओ बात जाने कर हासा है। कहंदे वार वार इक्को गल दा रट्टा ला के बैठी है ये जिंद रूपी इस्त्री, कि तू मैनू छड्ड के ना जाई, बस इक्को गल। बौर बौर पिर ही संग मांगे, ओ बात जाने कर हासा है। आई आग्या पिरों बुलाया, ना तन पुछी ना मता पकाया। कहंदे जदों मालक दा हुक्म आ गया ना, कहंदे इस जीव नूं ते पुछया भी नहीं गया, इस काया दे नाल किसी सलाह भी नहीं कीती कि जीव छड्ड के चलिया। पता ही उदों लगा जदों ये पंज भूत शरीर विचों आत्मा बाहर निकल गई ते शरीर मिट्टी दी ढेरी बन गया। आई आग्या पिरों बुलाया, ना तन पुछी ना मता पकाया। छूट सधायो छूटर माटी, देख नानक मिथन मुहासा है। कहंदे शरीर मिट्टी दी ढेरी बन गया, ऊट सधायो। कहंदे काया विचों निकल के ते तुर पई। शूटर माटी, ये शरीर मिट्टी दी ढेरी बन गया, देख नानक मिथन मुहासा है। महाराज कहंदे ये सच्चाई है शरीर दी, पर मन नहीं समझ रहा। कहंदे मेरे मना, जो तन तै अपनों कर मानियो, जेड़े तन नूं अपना मन के बैठा होया है, ये तन भी अपना नहीं। अर सुंदर गृह नारी, सुंदर घर वाली स्त्री, ये घर बार इनमें कश तेरो रे नाहन, देखो सोच विचारी। कहंदे तू सोच के जरा विचार के वेख, इन विचों कोई भी चीज तेरे नाल निभण वाली नहीं, तेरे नाल जाण वाली नहीं। सब तो वड्डी गल है जे शरीर साडा जिहड़ा है ये नाल नहीं निभना, ते होर फिर नाल किस ने निभना, भाव किसी चीज ने भी नहीं। घर वाली गुरु तेग बहादुर साहब के सोरठ राग अंदर बचन ने, घर की नार बहुत हित जास्यों, सदा रहत संग लागी। जब ही हंस तजिए काया, प्रेत प्रेत कर भागी। ते बाबा कबीर साहब कहते मरती बाहर रहन क्यों दिया। कहते जदों बंदा मर जाता ते सारे कहते बीत गया है, बीत गया है। छेती इनों घरों कढ़ के लै जाओ बाहर, छेती शमशान घाट वल लै जाओ। ते अज दे जिहड़े हालात तुसीं वेखे ने, कोरोना वायरस करके इन्ना डर बन गया, इन्ना भै बन गया। लोगों ने अपने मर चुके रिश्तेदारां दे सके संबंधियां दे शरीर तक हॉस्पिटल विच छड्ड दिते, भज गए छड्ड के कि किते ये भयानक बीमारी सानू ना चिंबड़ जाए। किसी ने आखिरी वेले मूंह तक नहीं वेखिया भी फटाफट लै जाओ बस ते अंतिम क्रिया हो जाए। इत्थों तक हालात अज साडे सामने ने ते गुरबाणी ने ते सानू पहला ही सुचेत कीता इन्हां सारियां गल्लां तों। महाराज कहंदे देखो सोच विचारी, इवें मान करी जाना अपने शरीर ते, इवें मान कर रहे घर परिवार ते रिश्तेदारां ते। जिस दिन जाएगा संसार तो किसी ने नाल नहीं निभना। ते सतगुरु कहन लगे किते इन्हां दे मोह विच पै के इवें झल्ला बन के ना भज्या फिरी, सुचेत हो जा सियाणा हो। रतन जन्म अपनो तै हारियो, गोबिंद गत नहीं जानी। मनुखा जन्म नूं एक कीमती रतन आखिया हजूर ने। कहंदे मनुखा जन्म मिल गया कीमती रतन,
पर हुण ये हैरानी की गल है कि किसी अनजान बंदे दे हाथ ते हीरा धर दईए ना ते उन्हों पता ना होवे कीमत दा, ओदे वास्ते तां एक आम पत्थर है। महाराज कहंदे मनुख नूं असल विच इस मनुखा जन्म दी कीमती हीरे दी कदर दा पता नहीं कि कितना वो कीमती है। इस करके हीरे जैसा जन्म है कौडी बदले जाए, इते कौडियां दे भाव लुटाई जांदा है। जन्म सी हीरे वर्गा, जन्म सी कीमती रतन वर्गा, रतन जन्म आपनो तैं हारियो। कहंदे तू हार रहा जन्म नूं किवें? जिवें कोई बंदा जुए दी बाजी हार जांदा है। इसे तरह लोभ दे विच पै के पदार्थां दे मोह विच फस के मंदे कर्मां विच लग्या होया तू जन्म हार रहा है, जन्म हार रहा है। ते साध संगत जदों कोई मनुख बहुत ज्यादा माड़े कर्म करन लग जावे ना ते ओनों लोग फिर लाहणतां पाउंदे, ओनों कहंदे तेरे जम्मण खुणों की थुड़िया सी, इहदे नालों चंगा तू जम्मदा ही ना, इहदे नालों चंगा तू जन्म ही ना लैंदा। भाव इन्ने ज्यादा मंदे कर्म करके अपना जीवन अजाई गवा लिया तू। ते महाराज कहंदे ने गोबिंद गत नहीं जानी, गत कहंदे अवस्था नहीं, गोबिंद दी अवस्था नहीं जानी। भाव कहण तो गोबिंद नूं मिलण दी वारी मिली सी, उधर तू ध्यान ही नहीं दिता। जेड़े बचन हजूर रोज समझाउंदे रहे गोबिंद मिलन की ए तेरी बरिया, उधर ध्यान ही नहीं दिता। निमख ना लीन भयो चरणन स्यों, बिरथा औद सरानी। निमख मात्र अख झमकण जिन्ना समा भी कहंदे तू गोबिंद दे चरनां नाल नहीं जुड़िया, वाहिगुरू दे चरनां नाल लीन नहीं होया। इन्ना ज्यादा झल्ला हो गया, तैनू कदे रब चेते नहीं आया। तैनू की चेते है? खाना पीना हसना सौना, बस इन्हां गल्लां दा फिक्र है तैनू। विसर गया है मरना, मौत भुल चुकी है। ते मौत भुल जाएगी ते रब भी भुल जाता जी। मैं कई बार बेनती करदा हुंदा, तुसी बस दे विच सफर कर रहे होवो ते सारियां सवारियां अपनी अपनी सीटां ते बैठियां, कोई विरला ही होएगा गुरमुख जिहड़ा उस वेले रब नूं वाहिगुरू नूं चेते कर रहा होवे। हुण बस फुल स्पीड विच जा रही है, अचानक बस दे सामने कोई होर बस आ गई, ट्रक आ गया, कोई कार आ गई, कोई डंगर आ गया ते बस दे ड्राइवर ने इकदम ब्रेक लाई, इन्नी जोर दी ब्रेक लाई कि सारियां सवारियां अपनियां सीटां तो उठ के अगलियां सीटां नाल जाके वजियां। ते उस वेले जदों झटका वजा ना बहुत ज्यादा, उस वेले सारे ही मुंह तो वाहिगुरू वाहिगुरू कहन लग पे, कोई राम राम कहन लग पिया, कोई अल्लाह अल्लाह कहन लग पिया। कमाल हो गई, कुछ सेकंड पहला किसे नूं अल्लाह राम वाहिगुरू दा चेता नहीं सी, पर एक झटका जिहा लगा ते राम चेते आया। कोई अल्लाह अल्लाह कहन लग पिया, कोई वाहिगुरू वाहिगुरू कहन लग पिया। क्यों? क्योंकि मौत नजर आ रही सारियां नूं। बहुत वड्डा एक्सीडेंट हो चलिया सी, जे टक्कर हो जाती तो बहुत ज्यादा नुकसान होना सी, पता नहीं किन्ने बंदे मर जाते। सो उत्थे मौत वेखी ना जदों सामने, ते मौत वेख के रब दा चेता आ गया। मौत वेख के मुंह वाहिगुरू वाहिगुरू निकलिया। साध संगत मौत जिस बंदे नूं भुल जाए उन्हों रब भी भुल जाता है। ते महाराज कहंदे खाना पीना हसना सौना विसर गया है मरना। कहंदे मौत भुला दी, रब चेते नहीं है। कहंदे झल्ला हो गया मना, निमख ना लीन भयो चरणन स्यों।
ਬਿਰਥਾ ਔਦ ਸਰਾਨੀ। ਕਹਿੰਦੇ ਵਿਅਰਥ ਹੀ ਤੇਰੀ ਉਮਰ ਜਿਹੜੀ ਹੈ ਉਹ ਲੰਘ ਰਹੀ ਹੈ, ਬਤੀਤ ਹੋ ਰਹੀ ਹੈ। ਤੇ ਸਤਿਗੁਰੂ ਫਿਰ ਇਸ ਸ਼ਬਦ ਦੇ ਅਖੀਰ ਦੇ ਵਿੱਚ ਇਸ ਝੱਲੇ ਮਨ ਨੂੰ, ਬੌਰੇ ਹੋਏ ਮਨ ਨੂੰ ਸਮਝਾਉਂਦੇ ਨੇ, ਬੜੇ ਪ੍ਰੇਮ ਦੇ ਨਾਲ ਸਮਝਾਉਂਦੇ ਨੇ, ਤਾਂ ਕਿ ਇਹ ਝੱਲਾ ਮਨ ਜਿਹੜਾ ਨਾ ਖਾਣ ਵਾਲੀਆਂ ਚੀਜ਼ਾਂ ਖਾ ਜਾਂਦਾ ਹੈ, ਨਾ ਪੀਣ ਵਾਲੇ ਪਦਾਰਥ ਪੀ ਰਿਹਾ ਹੈ, ਨਾ ਬੋਲਣ ਵਾਲੇ ਬੋਲ ਬੋਲਦਾ ਹੈ, ਨਾ ਕਰਨ ਵਾਲੇ ਕੰਮ ਵੀ ਕਰ ਰਿਹਾ ਹੈ, ਐਸੇ ਮਨ ਨੂੰ ਸੰਬੋਧਨ ਹੋ ਕੇ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ। हे ਨਾਨਕ ਆਖ, हे ਮੇਰੇ ਮਨਾ, ਉਹੀ ਮਨੁੱਖ ਸੁਖੀ ਹੈ, ਉਹੀ ਮਨੁੱਖ ਪਰਮਾਨੰਦ ਵਿੱਚ ਹੈ, ਜਿਹੜਾ ਮਨੁੱਖ ਪਰਮੇਸ਼ਰ ਦੇ ਗੁਣ ਗਾਉਂਦਾ ਹੈ। हे ਮੇਰੇ ਝੱਲੇ ਮਨਾ, ਤੂੰ ਵੀ ਝੱਲ ਪੁਣੇ ਵਿੱਚੋਂ ਬਾਹਰ ਆ ਤੇ ਰੱਬ ਦੀ ਇਬਾਦਤ ਕਰਿਆ ਕਰ, ਉਹਦੇ ਭੈ ਵਿੱਚ ਰਹਿਣਾ ਸਿੱਖ, ਉਹਦੀ ਯਾਦ ਵਿੱਚ ਜੁੜਨਾ ਸਿੱਖ। ਤੇ ਜੇ ਯਾਦ ਵਿੱਚ ਜੁੜਿਆ ਰਹੇਗਾ ਤੇ ਸਦਾ ਹੀ ਸੁਖ ਪਾਏਗਾ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਣ, ਅਬਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਮਹਾਰਾਜ ਕਹਿੰਦੇ ਜੇ ਤੂੰ ਸਦਾ ਹੀ ਸੁਖ ਚਾਹੁੰਦਾ ਹੈ ਤੇ ਸਦਾ ਵਾਹਿਗੁਰੂ ਨੂੰ ਚੇਤੇ ਕਰਦਾ ਰਹੋ। ਜੇ ਲੋੜੇ ਸਦਾ ਸੁਖ ਭਾਈ, ਸਾਧੂ ਸੰਗਤ ਗੁਰੈ ਬਤਾਈ। ਕਹਿੰਦੇ ਸਦੀਵ ਸੁਖ ਚਾਹੁੰਦਾ ਹੈ ਤਾਂ ਸੰਗਤ ਵਿੱਚ ਆ ਕੇ ਸਦੀਵ ਉਹਨੂੰ ਸਿਮਰਦਾ ਰਹੋ, ਯਾਦ ਕਰਦਾ ਰਹੋ। ਮਹਾਰਾਜ ਕਹਿੰਦੇ ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ, ਔਰ ਸਗਲ ਜਗ ਮਾਇਆ ਮੋਇਆ। ਕਹਿੰਦੇ ਬਸ ਸੁਖੀ ਸੰਸਾਰ ਵਿੱਚ ਉਹੀ ਦਿਸੇਗਾ ਜਿਹੜਾ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਿਆ ਹੋਇਆ ਹੈ। ਬਾਕੀ ਸਾਰਾ ਸੰਸਾਰ ਵੇਖਣ ਨੂੰ ਭਾਵੇਂ ਬੜਾ ਸੁਖੀ ਲੱਗੇਗਾ, ਪਰ ਮਹਾਰਾਜ ਕਹਿੰਦੇ ਸੁਖੀ ਹੁੰਦਾ ਨਹੀਂ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਨਿਰਭੈ ਦਾ ਅਰਥ ਡਰ ਤੋਂ ਰਹਿਤ ਹੋ ਜਾਣਾ। ਕਹਿੰਦੇ ਬਾਕੀ ਸਾਰਾ ਸੰਸਾਰ ਜੋ ਮਾਇਆ ਦੇ ਮੋਹ ਵਿੱਚ ਫਸਿਆ ਹੈ, ਝੱਲਾ ਹੋ ਚੁੱਕਾ ਹੈ, ਕਹਿੰਦੇ ਡਰ ਦੇ ਵਿੱਚ ਜੀ ਰਿਹਾ ਹੈ, ਸਹਿਮ ਦੇ ਵਿੱਚ ਜੀ ਰਿਹਾ ਹੈ, ਨਿਰਭੈ ਪਦ ਪ੍ਰਾਪਤ ਨਹੀਂ ਹੋਇਆ। ਨਿਰਭੈ ਤਾਂ ਉਹੀ ਹੋਏਗਾ ਜਿਹੜਾ ਨਿਰਭਉ ਨੂੰ ਜਪੇਗਾ। ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਹੜਾ ਨਿਰਭਉ ਵਾਹਿਗੁਰੂ ਨੂੰ ਸਿਮਰਦਾ ਹੈ, ਉਹਦੇ तमाम ਡਰ ਜਿਹੜੇ ਨੇ ਦੂਰ ਹੋ ਜਾਂਦੇ ਨੇ। ਵਾਹਿਗੁਰੂ ਦੇ ਚਰਨਾਂ ਵਿੱਚ ਉਹ ਲੀਨ ਹੋ ਜਾਂਦਾ ਹੈ। ਸਤਿਗੁਰੂ ਰਹਿਮਤ ਕਰਨ। ਆਪਾਂ ਵੀ ਆਪ ਦੇ ਝੱਲੇ ਮਨ ਨੂੰ, ਬੌਰੇ ਹੋ ਚੁੱਕੇ ਮਨ ਨੂੰ ਆਵਾਜ਼ ਮਾਰ ਕੇ ਗੁਰੂ ਕੇ ਚਰਨਾਂ ਨਾਲ ਜੋੜਨਾ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਕਿਤੇ ਗੁਰੂ ਕਿਰਪਾ ਕਰੇ ਸਾਡਾ ਵੀ ਇਹ ਝੱਲਾ ਮਨ ਗੁਰੂ ਕੇ ਚਰਨਾਂ ਵਿੱਚ ਜੁੜ ਜਾਏ, ਤਾਂ ਤੇ ਸਾਡਾ ਵੀ ਇਹ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਸਕੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ ਨੇ। ਸਮਰੱਥ ਸਤਿਗੁਰੂ ਅਤੇ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਵਾਹਿਗੁਰੂ